पर आ मेरियां दो ਧੀਆਂ ਨੂੰ ਨਿਆਂ नहीं मिलिया। ਮੈਨੂੰ दसो कि जे मेरे घर विच अज तीजी कुड़ी जम्मण ਨੂੰ ਫਿਰਦੀ है, मैं कहना नहीं जम्मनी चाहिदी, क्योंकि तुहाडे विचों कोई इहनूं मनुखी तस्करी अधीन लै जाएगा। कुड़ियां बेअंत मारियां गईयां सी ते ढेर लग गया सी कि वो थां ऐसी उन्होंने बनाती सी, हर पहली कुड़ी सुट्टनी सुट्टनी। हुण इह मुंडा ते या इह कहणगे असीं पहलां सफाई कराई, हुण हो ही नहीं रहा बच्चा, ਉਹਦੇ ਲਈ ਸਾਨੂੰ ਦਵਾਈ ਦੇ ਦਿਓ। ਸਹੀ, ਇਹ ਆਪ ਮੰਨਦੇ ਨੇ ਪੇਰੈਂਟਸ। ਕਿੰਨੇ ਹੀ ਵੱਡੇ ਤੋਂ ਵੱਡੇ ਅਫਸਰ ਹੋ ਜਾਣ, ਸੱਚਮੁੱਚ ਕਈ ਵਾਰ ਤਾਂ ਕੇਸਿਸ ਬਾਰੇ ਪੜ੍ਹ ਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਜੀ। ਉਹ ਔਰਤ ਕਿੰਨੀ ਕੁ ਮਜਬੂਰੀ ਨਾਲ ਇਹ ਸੋਚਦੀ ਹੋਏਗੀ ਕਿ ਮੈਂ ਇਹੋ ਜਿਹੇ ਸਮਾਜ ਵਿੱਚ ਧੀ ਕਿਉਂ ਜੰਮਣੀ ਹੈ। ਮੈਂ ਨਹੀਂ ਚਾਹੁੰਦੀ ਕਿ ਇੱਥੇ ਇੱਕ ਹੋਰ ਮੇਰੇ ਵਾਂਗ ਸ਼ਿਕਾਰ ਬਣੇ। ਮੈਂ ਤਾਂ ਇਹ ਬੇਟੀ ਨੂੰ ਰੱਖਣਾ ਹੀ ਨਹੀਂ ਚਾਹੁੰਦੀ। ਵੇਖਦੇ ਹੋਗੇ ਲਾਲ ਬੱਤੀਆਂ ਦੇ ਉੱਤੇ ਢੇਰਾਂ ਦੇ ਢੇਰ ਬੱਚੇ ਮੰਗਣ ਆਉਂਦੇ ਨੇ। ਉਹਨਾਂ 'ਚ ਭਾਰੀ ਗਿਣਤੀ ਇਸ ਵੇਲੇ ਬੇਟੀਆਂ ਦਾ ਕਾਰੋਬਾਰ ਸ਼ੁਰੂ ਹੋਇਆ ਹੋਇਆ। ਹੁਣ ਇਹ ਬੇਟੀਆਂ ਜਿਸ ਕਾਰੋਬਾਰ ਅਧੀਨ ਅਸੀਂ ਤਰਸ ਖਾ ਕੇ ਉਹਨਾਂ ਨੂੰ ਫੜਾ ਦਿੰਦੇ ਹਾਂ ਪੈਸੇ, ਤਾਂ ਸਮਝੋ ਇਸ ਕਾਰੋਬਾਰ 'ਚ ਵਾਧਾ ਕਰ ਰਹੇ ਹਾਂ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਾਂ ਬੀਤੇ ਦਿਨ ਨੈਸ਼ਨਲ ਗਰਲ ਚਾਈਲਡ ਡੇ ਉਹ ਲੰਘ ਕੇ ਗਿਆ। ਤਾਂ ਇਸ ਦਿਨ ਦੀ ਕੀ ਮਹੱਤਤਾ ਹੁੰਦੀ ਹੈ ਤੇ ਕਿਉਂ ਅੱਜ ਦੀ ਡੇਟ ਦੇ ਵਿੱਚ ਯਾਨੀ 21ਵੀਂ ਸਦੀ ਤੱਕ ਆ ਕੇ ਵੀ ਇਹ ਦਿਨ ਮਨਾਉਣੇ ਪੈ ਰਹੇ ਨੇ, ਇਹਦੇ ਬਾਰੇ ਅੱਜ ਗੱਲਬਾਤ ਕਰਦੇ ਹਾਂ। ਡਾਕਟਰ ਹਰਸ਼ਿੰਦਰ ਕੌਰ ਜੀ ਸਾਡੇ ਨਾਲ ਨੇ। ਸਾਡੀ ਖੁਸ਼ਨਸੀਬੀ ਹੈ ਕਿ ਉਹ ਅਕਸਰ ਸਾਨੂੰ ਸਮਾਂ ਦਿੰਦੇ ਨੇ ਤੇ ਇਹਨਾਂ ਮਸਲਿਆਂ ਦੇ ਉੱਤੇ ਬੇਬਾਕੀ ਦੇ ਨਾਲ ਚਰਚਾ ਵੀ ਕਰਦੇ ਨੇ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੈਡਮ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਅਨਪ੍ਰੀਤ। ਤੇ ਸਗੋਂ ਪੁੱਠੀ ਗੱਲ ਕਿ ਤੁਸੀਂ ਸਾਰਾ ਦਿਨ, ਮੈਨੂੰ ਪਤਾ ਹੈ ਕਿਵੇਂ ਮਿਹਨਤ ਭੱਜਦੇ ਦੌੜਦੇ ਕਰਦੇ ਰਹਿੰਦੇ, ਉਹਦੇ ਵਿੱਚ ਸਮਾਂ ਦਿੰਦੇ ਹੋ, ਸੱਚਮੁੱਚ ਬਹੁਤ ਧੰਨਵਾਦ ਜੀ। ਇਹ ਜ਼ਰੂਰੀ ਹੈ ਮੈਮ, ਇਹ ਸਮਾਜ ਦੀ ਉਹ ਜਿਹੜੀ ਸੱਚਾਈ ਹੈ ਤੁਸੀਂ ਸਾਹਮਣੇ ਲੈ ਕੇ ਆਉਂਦੇ ਹੋ, ਜਿਹੜੇ ਮੈਨੂੰ ਲੱਗਦਾ ਕਿ ਅਸੀਂ ਵੀ ਨਹੀਂ ਲੈ ਕੇ ਆ ਸਕਦੇ, ਤੇ ਬੜੇ ਚੰਗੇ ਤਰੀਕੇ ਨਾਲ ਤੁਸੀਂ ਉਹਨੂੰ ਕਰਦੇ ਹੋ। ਤੇ ਅੱਜ ਦਾ ਇਹ ਦਿਨ ਜਿਹੜਾ ਬੀਤੇ ਦਿਨ ਲੰਘ ਕੇ ਗਿਆ, ਨੈਸ਼ਨਲ ਗਰਲ ਚਾਈਲਡ ਡੇ, ਕੀ ਇਹਦੀ ਇੰਪੋਰਟੈਂਸ ਹੈ ਤੇ ਕੀ ਅੱਜ ਵੀ 21ਵੀਂ ਸਦੀ 'ਚ ਵੀ ਇਹ ਰੈਲੇਵੈਂਸ ਹੈ? ਹਾਂ ਬਿਲਕੁਲ ਮਨਪ੍ਰੀਤ, ਇਸ ਤਰ੍ਹਾਂ ਸੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਬਹੁਤ ਥੋੜ੍ਹੇ ਮੁੱਦੇ ਸਾਹਮਣੇ ਸਨ ਸਾਡੇ ਕਿ ਅਸੀਂ ਬੇਟੀ ਬਚਾਉਣੀ ਹੈ, ਕਿਉਂਕਿ ਵੱਡੀ ਉਦੋਂ ਸਾਡੇ ਸਾਹਮਣੇ ਇੱਕ ਸਮੱਸਿਆ ਸੀ ਕਿ ਲੋਕ ਧੀਆਂ ਕੁੱਖ ਵਿੱਚ ਮਾਰ ਰਹੇ ਸਨ ਜੀ। ਭਾਰੀ ਗਿਣਤੀ ਉਦੋਂ ਸੁੱਟੀਆਂ ਵੀ ਮਿਲਦੀਆਂ ਸਨ, ਜਿਹੜੀਆਂ ਜੰਮਦੇ ਸਾਰ ਬੇਟੀਆਂ ਸੁੱਟ ਦਿੱਤੀਆਂ ਜਾਂਦੀਆਂ ਸਨ, ਝਾੜੀਆਂ 'ਚ ਜਾਂ ਨਾਲੀਆਂ 'ਚ ਇੱਦਾਂ ਰੁਲਦੀਆਂ ਦਿਖਦੀਆਂ ਸਨ। ਉਦੋਂ ਦੋ ਤਿੰਨ ਚੀਜ਼ਾਂ ਸ਼ਾਇਦ ਤੁਹਾਡੇ ਨਾਲ ਧਿਆਨ ਹਿੱਤ ਹੋਣ, ਮੈਂ ਜ਼ਰੂਰ ਅੱਜ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਸਾਡੇ 'ਤੇ ਇਲਜ਼ਾਮ ਲਾਇਆ ਜਾਂਦਾ ਪੰਜਾਬੀਆਂ 'ਤੇ ਕਿ ਇਹ ਕੁੜੀ ਮਾਰ ਨੇ। ਸਪਸ਼ਟ ਕਰਦੇ ਹਾਂ ਕਿ ਸਾਡੇ ਕੋਲ ਸਬੂਤ ਨੇ ਮੈਡੀਕਲ ਪੱਖੋਂ ਕਿ ਕਿਵੇਂ ਇੰਗਲੈਂਡ ਵਰਗੇ ਮੁਲਕ ਵਿੱਚ ਵੀ ਕਿਸ ਤਰ੍ਹਾਂ ਨਾਲੀਆਂ ਸਾਰੀਆਂ ਭਰ ਕੇ ਸੜਕਾਂ ਤੱਕ ਲਾਲ ਹੋ ਜਾਂਦੀਆਂ ਸੀ, ਕਿਵੇਂ ਅੱਧਾ ਗਲਾ ਕੱਟ ਕੇ ਕੁੜੀਆਂ ਦਾ ਉਦੋਂ ਸੁੱਟਿਆ ਜਾਂਦਾ ਸੀ। ਪਹਿਲਾ ਹੌਸਪੀਟਲ ਜਿਹੜਾ ਤਿਆਰ ਹੋਇਆ ਸੀ ਉਹ ਵੀ ਉੱਥੋਂ ਇੱਕ ਸੇਲਰ ਸੀ ਜਿਹਨੇ ਕਿਹਾ ਕਿ ਕੁੜੀਆਂ ਮਾਰੋ ਨਾ, ਬਲਕਿ ਇਹਨਾਂ ਨੂੰ ਤੁਸੀਂ ਇੱਥੇ ਛੱਡ ਦਿਓ ਤੇ ਅਸੀਂ ਪਾਲਣ ਦਾ ਯਤਨ ਕਰ ਲਵਾਂਗੇ, ਕਿਸੇ ਨੂੰ ਦੇ ਦਿਆਂਗੇ। ਕਹਿਣ ਦਾ ਭਾਵ ਇਹ ਕਿ ਨਾ ਸਿਰਫ ਉੱਥੇ ਬਲਕਿ ਰੂਸ ਵਿੱਚ ਕਿਵੇਂ ਸੂਰਾਂ ਦੇ ਵਾੜੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ, ਇਸੇ ਤਰ੍ਹਾਂ ਚੀਨ ਵਿੱਚ ਯੰਗਸੇ ਰਿਵਰ ਤੱਕ ਜੋ ਉਹਨੇ ਰਾਹ ਮੋੜ ਲਿਆ ਸੀ, ਇੰਨੀਆਂ ਕੁੜੀਆਂ ਬੇਅੰਤ ਮਾਰੀਆਂ ਗਈਆਂ ਸੀ ਤੇ ਢੇਰ ਲੱਗ ਗਿਆ ਸੀ ਕਿ ਉਹ ਨਦੀ, ਮਤਲਬ ਉਹਨਾਂ ਦਾ ਰਿਵਰ ਦਾ ਰਾਹ ਹੀ ਥੋੜ੍ਹਾ ਜਿਹਾ ਉੱਥੋਂ ਟੇਢਾ ਹੋ ਗਿਆ ਸੀ। ਇੱਕ ਥਾਂ ਐਸੀ ਉਹਨਾਂ ਨੇ ਬਣਾਤੀ ਸੀ, ਹਰ ਪਹਿਲੀ ਕੁੜੀ ਸੁੱਟਣੀ ਸੁੱਟਣੀ ਹੈ। ਦੁਨੀਆ ਦੇ ਹਰ ਕੋਨੇ ਵਿੱਚ, ਜਿਸ ਵਿੱਚ ਅਮਰੀਕਾ ਤੱਕ ਵਿੱਚ ਹੁਣ ਉਹ ਸਾਡੇ ਕਿਤਾਬਾਂ 'ਚ ਵੀ ਦਰਜ ਹੈ ਕਿ ਕਿਵੇਂ ਸਿਰਹਾਣੇ ਥੱਲੇ ਰੱਖ ਕੇ ਉਹਨੂੰ ਦੱਬ ਕੇ ਮਾਰ ਦਿੰਦੀਆਂ ਸਨ। ਯਾਨੀ ਇਹ ਸੋਚ ਪੂਰੀ ਦੁਨੀਆ ਵਿੱਚ ਸੀ। ਸਾਡੇ ਕੋਲ ਜੋ ਇਤਿਹਾਸਿਕ ਤੱਥ ਮੌਜੂਦ ਨੇ ਕਿ ਜਦੋਂ ਅਰਬ ਹਮਲਾਵਰ ਆਏ ਸਨ, ਉਦੋਂ ਜਿੱਥੇ ਉਹ ਸਾਡੀ ਵਿੱਦਿਆ ਦਾ ਪੂਰਾ ਯਾਨੀ ਜਿੰਨਾ ਵੀ ਸਾਡਾ ਦਾਰੋ ਮਦਾਰ ਸੀ ਸਭ ਲੁੱਟ ਕੇ ਲੈ ਕੇ ਗਏ, ਉਦੋਂ ਹੀ ਇਹ ਮਾੜੀ ਸਾਡੇ ਸੋਚ ਵੀ ਦੱਬ ਗਏ ਕਿ ਭਾਈ ਕੁੜੀਆਂ ਮਾੜੀਆਂ ਨੇ, ਇਹਨਾਂ ਨੂੰ ਨੀਵੇਂ ਗਿਣਿਆ ਜਾਓ। ਅਦਰਵਾਈਜ਼ ਉਸ ਤੋਂ ਪਹਿਲਾਂ
ਭਾਰਤ ਵਿੱਚ ਕੁੜੀਆਂ ਨੂੰ ਇੰਨਾ ਜ਼ਿਆਦਾ ਨੀਵਾਂ ਨਹੀਂ ਸੀ ਗਿਣਿਆ ਜਾਂਦਾ। ਅੱਜ ਵੀ ਕਈ ਜਾਤੀਆਂ ਨੇ ਜਿੱਥੇ ਕੁਝ ਕੇਰਲਾ ਵਿੱਚ ਵੀ ਨੇ ਜਿੱਥੇ ਸਗੋਂ ਔਰਤ ਪ੍ਰਧਾਨ ਸਮਾਜ ਹੈ। ਸੋ ਪਹਿਲੀ ਗੱਲ ਤਾਂ ਇਹ ਸਪਸ਼ਟ ਹੋ ਗਈ ਕਿ ਅਸੀਂ ਕੁੜੀ ਮਾਰ ਵਜੋਂ ਪਹਿਲਾਂ ਨਹੀਂ ਸਾਂ ਜਾਣੇ ਜਾਂਦੇ, ਪਰ ਉਹ ਇੰਨੀ ਕੁ ਸਾਡੇ ਹੱਡੀ ਰਚ ਗਈ ਇਹ ਸੋਚ ਕਿ ਅਸੀਂ ਭਾਰੀ ਮਾਤਰਾ ਵਿੱਚ ਕੁੜੀਆਂ ਨਾ ਸਿਰਫ ਮਾਰਨੀਆਂ ਸ਼ੁਰੂ ਕੀਤੀਆਂ, ਸੁੱਟਣੀਆਂ ਸ਼ੁਰੂ ਕੀਤੀਆਂ, ਸਗੋਂ ਇਹਨਾਂ ਦਾ ਤਿਰਸਕਾਰ ਸਿਖਰ ਦਾ ਸੀ, ਜਿੱਥੇ ਨਾ ਤਾਂ ਅਸੀਂ ਇਹਨਾਂ ਨੂੰ ਟੀਕਾਕਰਨ, ਮੁਫਤ ਟੀਕਾਕਰਨ ਨਹੀਂ ਸਾਂ ਕਰਾਉਂਦੇ, ਇਲਾਜ ਲਈ ਨਹੀਂ ਸਾਂ ਲੈ ਕੇ ਜਾਂਦੇ, ਅਤੇ ਉੱਥੇ ਹੀ ਇਹਨਾਂ ਨੂੰ ਪੜ੍ਹਾਇਆ ਵੀ ਨਹੀਂ ਸੀ ਜਾ ਰਿਹਾ। ਸੋ ਤੁਸੀਂ ਸਮਝ ਸਕਦੇ ਹੋ ਕਿੰਨੀ ਉਦੋਂ ਗੰਭੀਰ ਲੋੜ ਸੀ ਵੀ ਬੇਟੀਆਂ ਬਚਾਈਆਂ ਵੀ ਜਾਣ, ਪੜ੍ਹਾਈਆਂ ਵੀ ਜਾਣ, ਕਿਉਂਕਿ ਇਹਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੁੰਦਾ ਜੇ। ਸੋ ਉਸੇ ਕਾਰਨ ਇਹ ਸੋਚਿਆ ਗਿਆ ਕਿ ਇੱਕ ਦਿਨ ਮਨਾਇਆ ਜਾਏ, ਅਹਿਮੀਅਤ ਸਮਝਾਈ ਜਾਵੇ ਕਿ ਇਹ ਕਾਰਨ ਹੈ। ਇਹ ਤਾਂ ਸੀ ਉਦੋਂ ਦੀ ਗੱਲ, ਪਰ ਹੁਣ ਅੱਜ ਦੇ ਦਿਨ ਜੇ ਆਪਾਂ ਝਾਤ ਮਾਰੀਏ ਤਾਂ ਮੁੱਦੇ ਬਹੁਤ ਵੱਖ ਹੋ ਗਏ ਨੇ। ਜੇ ਗੱਲ ਮਾਰਨ ਦੀ ਕਰੀਏ, ਸੱਚ ਦੱਸਾਂ ਸੱਚੀ ਮੁੱਚੀ ਅਸੀਂ ਉਨੇ ਹੀ ਨਿਰਦਈ ਹਾਂ। ਧੀਆਂ ਅੱਜ ਵੀ ਕੁੱਖ ਵਿੱਚ ਮਰ ਰਹੀਆਂ ਨੇ, ਅੱਜ ਵੀ ਭਾਵੇਂ ਪਰਦੇ ਹੇਠ ਹੀ ਸਹੀ, ਉਹਨਾਂ ਦਾ ਅਜੇ ਵੀ ਸੈਕਸ ਡਿਟਰਮੀਨੇਸ਼ਨ ਹੋ ਰਹੀ ਹੈ। ਸ਼ਾਇਦ ਤੁਸੀਂ 3-4 ਦਿਨ ਪਹਿਲਾਂ ਹੀ ਖਬਰ ਵੀ ਪੜ੍ਹੀ ਹੋਏ ਕਿ ਇੱਕ ਅਜੇ ਵੀ ਉਹਨਾਂ ਨੇ ਅਲਟਰਾਸਾਊਂਡ ਸੈਂਟਰ ਫੜਿਆ ਜਿੱਥੇ ਇਹ ਚੀਜ਼ ਜਾਰੀ ਸੀ। ਸੋ ਯਾਨੀ ਇਹ ਚੀਜ਼ ਕਿਤੇ ਲੁਕੀ ਨਹੀਂ, ਬਲਕਿ ਹੁਣ ਤਾਂ ਮੋਬਾਈਲ ਅਲਟਰਾਸਾਊਂਡ ਵੈਨਸ ਤੱਕ ਨੇ ਜਿਹੜੀਆਂ ਜਾ ਕੇ ਲੱਭ ਆਉਂਦੀਆਂ ਨੇ ਪਿੰਡਾਂ ਤੱਕ ਵੀ, ਕਿਉਂਕਿ ਸਾਡੀ ਸੋਚ ਬਦਲ ਗਈ ਕਿ ਅਸੀਂ ਇੱਕੋ ਹੀ ਮੁੰਡਾ ਰੱਖਣਾ, ਜ਼ਮੀਨ ਨਾ ਵੰਡੀ ਜਾਵੇ। ਸੋ ਅਸੀਂ ਕੁਝ ਹੋਰ ਸੋਚ ਦੇ ਪਾਸੇ ਨੂੰ ਤੁਰ ਗਏ। ਮਾਫੀ ਚਾਹਨਾ ਕਿ ਤੁਸੀਂ ਇੱਕ ਜ਼ਿੰਮੇਵਾਰ ਡਾਕਟਰ ਹੋਣ ਦੇ ਨਾਤੇ ਗੱਲ ਕਹਿ ਰਹੇ ਹੋ ਜੀ ਕਿ ਅੱਜ ਵੀ ਚੱਲ ਰਿਹਾ? ਜੀ ਬਿਲਕੁਲ ਚੱਲ ਰਿਹਾ। ਸਾਡੇ ਕੋਲ ਬਲਕਿ ਆ ਕੇ ਦੱਸ ਜਾਂਦੇ ਨੇ ਕਿ ਇਸ ਤਰ੍ਹਾਂ 2 ਕੁੜੀਆਂ ਦੀ ਅਸੀਂ ਸਫਾਈ ਕਰਾਈ ਹੈ, ਹੁਣ ਇਹ ਮੁੰਡਾ, ਅਤੇ ਜਾਂ ਇਹ ਕਹਿਣਗੇ ਅਸੀਂ ਪਹਿਲਾਂ ਸਫਾਈ ਕਰਾਈ, ਹੁਣ ਹੋ ਹੀ ਨਹੀਂ ਰਿਹਾ ਬੱਚਾ, ਉਹਦੇ ਲਈ ਸਾਨੂੰ ਦਵਾਈ ਦੇ ਦਿਓ। ਸਹੀ, ਇਹ ਆਪ ਮੰਨਦੇ ਨੇ ਪੇਰੈਂਟਸ। ਸੋ ਇਹਦਾ ਮਤਲਬ ਇਹ ਕਰਨ ਵਾਲਾ ਵੀ ਕੋਈ ਨਾ ਕੋਈ, ਭਾਵੇਂ ਉਹ MBBS ਹੈ ਜਾਂ MD ਹੈ ਜਾਂ BAMS ਹੈ ਜਾਂ ਕੋਈ ਵੀ ਜੋ ਦਾਈ ਕਰ ਰਹੀ ਹੈ, ਕੌਣ ਕਰ ਰਿਹਾ ਮੈਂ ਉਹਦੇ ਉੱਤੇ ਨਹੀਂ ਦੱਸ ਸਕਦੀ, ਪਰ ਮੈਂ ਇੰਨਾ ਜ਼ਰੂਰ ਸਪਸ਼ਟ ਤੁਹਾਨੂੰ ਦੱਸ ਸਕਦੀ ਹਾਂ ਚੱਲ ਰਿਹਾ। ਅਤੇ ਫਿਰ ਜਿਸ ਤਰੀਕੇ ਉਹ ਤਾਂ ਵੀਡੀਓਜ਼ ਖੈਰ ਨੇ ਕਿ ਕਿਵੇਂ ਉਹਨਾਂ ਨੂੰ ਜੰਮ ਕੇ ਬਾਹਰ ਵੀ ਸੁੱਟ ਦਿੱਤੀਆਂ ਜਾਂਦੀਆਂ ਨੇ, ਉਹ ਤਾਂ ਅੱਜ ਵੀ ਸਰੇਆਮ ਮਿਲਦੀਆਂ ਨੇ, ਮੇਰੇ ਕੋਲ ਵੀ ਨੇ, ਮੈਂ ਤੁਹਾਨੂੰ ਭੇਜ ਸਕਾਂਗੀ ਕਿਵੇਂ ਵੀਡੀਓਜ਼ ਆ ਰਹੀਆਂ ਨੇ। ਪਰ ਗੱਲ ਉੱਠਦੀ ਜੇ ਕਿ ਉਸ ਤੋਂ ਅਗਲੇ ਹੋਰ ਮੁੱਦੇ ਕੀ ਨੇ। ਦੇਖੋ, ਬੇਟੀ ਜੰਮ ਲਈ ਹੁਣ ਪਹਿਲੇ ਹੀ ਅਹਿਮ ਜੋ ਚੀਜ਼ ਹੈ ਕਿ ਘਰਾਂ ਦੇ ਵਿੱਚ ਬੇਟੀਆਂ ਸੁਰੱਖਿਅਤ ਨਹੀਂ ਹਨ। ਇਹ ਹੁਣ ਤੱਥ ਯੂਨਾਈਟਿਡ ਨੇਸ਼ਨਸ ਨੇ ਦੱਸ ਦਿੱਤੇ ਨੇ ਕਿ ਘਰਾਂ ਵਿੱਚ 37 ਤੋਂ 41% ਬਾਲੜੀਆਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਨੇ, ਜਿਨ੍ਹਾਂ 'ਚ ਆਪਣੇ ਚਾਚੇ, ਤਾਏ, ਸਕਾ ਪਿਓ, ਕਜ਼ਨ ਬ੍ਰਦਰਸ ਜਾਂ ਸਕਾ ਭਰਾ ਵੀ ਕਈ ਵਾਰ ਨਸ਼ੇ ਹੇਠ ਇਸ ਤਰ੍ਹਾਂ ਦਾ ਕਾਰਾ ਕਰਦਾ ਲੱਭਿਆ ਗਿਆ। ਅਜਿਹੀਆਂ ਥਾਵਾਂ 'ਚ ਬਹੁਤੀ ਵਾਰ ਮਾਂ ਸ਼ਿਕਾਇਤ ਲਈ ਅੱਗੇ ਨਹੀਂ ਆਉਂਦੀ, ਕਿਉਂਕਿ ਕਈ ਘਰਾਂ ਵਿੱਚ ਤਾਂ ਮਾਂ ਕਿਉਂਕਿ ਉਹ ਕਮਾਈ ਨਹੀਂ ਕਰਨ ਯੋਗ, ਉਹ ਡਿਪੈਂਡੈਂਟ ਹੁੰਦੀ ਜੇ, ਸੋ ਇਹ ਗੱਲ ਬਾਹਰ ਹੀ ਨਹੀਂ ਕੱਢਦੀ। ਹੁਣ ਇਸ ਤੋਂ ਅਗਾਂਹ ਜੇ ਚੱਲੀਏ ਤਾਂ ਮੇਰਾ ਖਿਆਲ ਹੈ ਤੁਹਾਨੂੰ ਵੀ ਅੱਜ ਕਹਿ ਦਿੱਤਾ ਜਾਏ ਕਿ ਤੁਹਾਡੀ ਸਕੀ ਭੈਣ ਰਾਤ 12 ਵਜੇ ਕੋਈ ਨਾ ਡਿਊਟੀ ਤੋਂ ਵਾਪਸ ਮੁੜ ਆਏਗੀ, ਦਿਲ 'ਤੇ ਹੱਥ ਰੱਖ ਕੇ ਕਹਿਣਾ ਤੁਹਾਨੂੰ ਲੱਗੇਗਾ ਸੁਰੱਖਿਅਤ ਆਏਗੀ? ਬਿਲਕੁਲ ਠੀਕ। ਸੋ ਉਹ ਪੱਖ ਸਾਡਾ ਅਜੇ ਵੀ ਹੈ ਜਿੱਥੇ ਧੀਆਂ ਜਿਸ ਤਰੀਕੇ ਇੱਕ ਸ਼ੈ ਸਮਝੀਆਂ ਜਾਂਦੀਆਂ ਨੇ, ਇੱਕ ਜਿਸਮ ਸਮਝੀਆਂ ਜਾਂਦੀਆਂ ਨੇ, ਜਿਸ ਤਰੀਕੇ ਉਹਨਾਂ ਦਾ ਇਸ ਵੇਲੇ ਵੀ ਸਰੀਰਕ ਸ਼ੋਸ਼ਣ ਹੋ ਰਿਹਾ, ਕੋਈ ਲੁਕਿਆ ਹੋਇਆ ਨਹੀਂ। ਉਸ ਤੋਂ ਅਗਾਂਹ ਚੱਲੀਏ, ਸਾਡੇ ਕੋਲ ਕੇਸ ਨੇ ਜਿਹੜੇ ਤੁਸੀਂ ਵੀ ਪੜ੍ਹੇ ਹੋਣਗੇ ਮੀਡੀਆ 'ਚ ਕਿ ਸਕੂਲਾਂ ਵਿੱਚ ਨਾ ਸਿਰਫ ਪ੍ਰਿੰਸੀਪਲਾਂ ਵੱਲੋਂ, ਉੱਥੇ ਟੀਚਰਾਂ ਵੱਲੋਂ, ਜਾਂ ਕਈ ਵਾਰ ਤਾਂ ਉੱਥੇ ਦਾ ਕੋਈ ਅਰਦਲੀ ਉਹਦੇ ਹੱਥੋਂ ਵੀ ਇਸ ਤਰ੍ਹਾਂ ਦੇ ਜ਼ਬਰ ਜਨਾਹ ਦੇ ਕੇਸ ਉਜਾਗਰ ਹੋਏ ਨੇ। ਹੁਣ ਉਸ ਤੋਂ ਵੀ ਅਗਾਂਹ ਚੱਲੀਏ ਤਾਂ ਇਹ ਬੱਚੀਆਂ ਜਦੋਂ ਅੱਗੇ ਜਾ ਕੇ ਕਿਸੇ ਤਰ੍ਹਾਂ ਦਾ ਕੋਈ ਜੌਬ ਅਪਲਾਈ ਕਰਨ ਜਾਂ ਕਿਸੇ ਵੀ ਪਾਸੇ ਅਗਾਂਹ ਤੁਰਦੀਆਂ ਨੇ, ਉੱਥੇ ਵੀ ਭਾਵੇਂ ਕਹਿਣ ਨੂੰ ਕਮੇਟੀਆਂ ਸੈਕਸੁਅਲ ਹਰਾਸਮੈਂਟ ਬਣਾਈਆਂ ਗਈਆਂ ਨੇ। ਮੈਂ ਬੜੀ ਇਹ ਵੀ ਤੁਹਾਨੂੰ ਵਾਕਈ ਇੱਕ ਸਟੇਟਮੈਂਟ ਦੇ ਰਹੀ ਹਾਂ ਕਿਉਂਕਿ ਮੈਂ ਆਪ ਮੈਂਬਰ ਵੀ ਹਾਂ ਸੈਕਸੁਅਲ ਹਰਾਸਮੈਂਟ ਕਮੇਟੀ ਦੀ, ਸਟੇਟ ਲੈਵਲ ਵਿੱਚ ਵੀ ਮੈਂ ਕੰਮ ਕੀਤਾ। ਉਹਨਾਂ ਵਿੱਚ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ, ਜਾਂ ਯੂਨੀਵਰਸਿਟੀ ਲੈਵਲ 'ਚ ਵੀ ਮੈਂ ਹਾਂ ਉਸ ਕਮੇਟੀ 'ਚ ਮੈਂਬਰ। ਕਿੰਨੇ ਹੀ ਵੱਡੇ ਤੋਂ ਵੱਡੇ ਅਫਸਰ ਹੋ ਜਾਣ, ਜਿਸ ਤਰੀਕੇ ਉਹ ਆਪਣੇ ਰੁਤਬੇ ਦਾ, ਆਪਣੇ ਅਹੁਦੇ ਦਾ
ਜਿਵੇਂ ਉਹ ਕਰਦੇ ਨੇ ਦੁਰਵਰਤੋਂ, ਸੱਚਮੁੱਚ ਕਈ ਵਾਰ ਤਾਂ ਕੇਸਿਸ ਬਾਰੇ ਪੜ੍ਹ ਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਜੇ। ਅਤੇ ਮੈਨੂੰ ਇਹ ਕਹਿਣ 'ਚ ਕੋਈ ਡਰ ਨਹੀਂ ਕਿ ਉਹਨਾਂ ਕੇਸਾਂ 'ਚ ਅਸੀਂ ਜੇ ਵਿਰੁੱਧ ਵੀ ਸਟੇਟਮੈਂਟ ਦੇ ਕੇ ਆਏ ਹੋਈਏ ਕਿ ਵਾਕਈ ਜੈਨੂਇਨ ਕੇਸ ਹੈ, ਧੱਕਾ ਹੋਇਆ ਔਰਤ ਨਾਲ। ਪੁਆਇੰਟ ਇਹ ਮੇਰੇ ਅੰਕੜੇ ਨਹੀਂ, ਸਾਡੇ ਨੈਸ਼ਨਲ ਅੰਕੜੇ ਨੇ, ਸਿਰਫ 0.1%, 0.1% ਕੇਸਿਸ ਨੇ ਜਿਨ੍ਹਾਂ 'ਚ ਸਜ਼ਾ ਹੁੰਦੀ ਜੇ। ਨਹੀਂ ਤਾਂ ਇੰਨਾ ਕੁ ਦਬਾਅ ਪਾ ਦਿੱਤਾ ਜਾਂਦਾ ਔਰਤ 'ਤੇ ਕਿ ਉਹਨੂੰ ਮਜਬੂਰ ਕਰ ਦਿੱਤਾ ਜਾਂਦਾ ਜਾਂ ਕੇਸ ਵਾਪਸ ਲੈ ਲੇ ਜਾਂ ਕੰਪਰੋਮਾਈਜ਼ ਕਰ ਲਵੇ। ਇਹ ਚੀਜ਼ਾਂ ਦਫਨ ਹੋ ਰਹੀਆਂ ਨੇ। ਬਣਦਾ ਸਭ ਕੁਛ ਹੈ, ਕਾਨੂੰਨ ਸਾਡੇ ਕੋਲ ਨੇ, ਪਰ ਇਹ ਅਹੁਦੇ ਜਿਨ੍ਹਾਂ ਕੋਲ ਮਿਲ ਜਾਂਦੇ ਨੇ ਨਾ, ਬਹੁਤ ਐਕਸਟ੍ਰੀਮ ਦੁਰਵਰਤੋਂ ਹੁੰਦੀ ਜੇ, ਉੱਥੇ ਔਰਤ ਨੂੰ ਨਿਆਂ ਨਹੀਂ ਮਿਲਦਾ। ਮੈਂ ਆਪਣੇ ਪੇਸ਼ੇ ਦੀ ਜੇ ਗੱਲ ਕਰਾਂ, ਮੈਂ ਸਾਰੇ ਡਾਕਟਰਾਂ 'ਤੇ ਉਂਗਲ ਨਹੀਂ ਚੁੱਕ ਰਹੀ, ਪਰ ਸਾਨੂੰ ਵੀ ਪਤਾ ਹੈ ਅਤੇ ਮੇਰਾ ਖਿਆਲ ਹੈ ਮੇਰੇ ਨਾਲ ਦੇ ਬਥੇਰਿਆਂ ਨੂੰ ਪਤਾ ਹੈ ਕਿ ਕਿਵੇਂ ਕੁਝ ਪ੍ਰੋਫੈਸਰ ਆਪਣੀ ਅਧੀਨ ਕੰਮ ਕਰਦੇ ਜੋ ਬੇਟੀਆਂ ਨੇ ਜਿਹੜੀਆਂ ਜਦੋਂ ਥੀਸਿਸ ਲਿਖਣੇ ਨੇ ਉਹਨਾਂ ਨੇ, ਜਾਂ ਜਿਵੇਂ ਵੀ, ਉਹ ਕਿਵੇਂ ਉਹਨਾਂ ਦਾ ਵੀ ਸਰੀਰਕ ਸ਼ੋਸ਼ਣ ਹੁੰਦਾ, ਕੋਈ ਲੁਕਾ ਨਹੀਂ। ਜਿੱਥੋਂ ਤੱਕ ਆਪਾਂ ਕਾਨੂੰਨ ਦੀ ਗੱਲ ਕਰੀਏ, ਮੇਰੇ ਕੋਲ ਰਿਕਾਰਡਿੰਗਸ ਨੇ ਕੁਛ ਜਿਹੜੀਆਂ ਵਕੀਲ ਬੇਟੀਆਂ ਨੇ, ਕਿਵੇਂ ਉਸ ਥਾਂ 'ਤੇ ਵੀ ਉਹਨਾਂ ਨਾਲ ਕਿੰਨਾ ਕੁ ਮਾੜਾ ਹਾਲ ਕੀਤਾ ਜਾਂਦਾ ਹੈ, ਕਿਵੇਂ ਜਬਰੀ ਉਹਨਾਂ ਦਾ ਵੀ ਸ਼ੋਸ਼ਣ ਹੁੰਦਾ ਹੈ, ਇਹ ਵੀ ਚੀਜ਼ ਕੋਈ ਲੁਕੀ ਨਹੀਂ। ਸੋ ਮੇਰਾ ਕਹਿਣ ਦਾ ਭਾਵ ਇਹ ਸੀ ਕਿ ਭਾਵੇਂ ਉਹ ਯੂਨੀਵਰਸਿਟੀ ਹੈ ਅਤੇ ਭਾਵੇਂ ਕੋਈ ਕਾਲਜ ਹੈ, ਭਾਵੇਂ ਕੋਈ ਵੀ ਅਦਾਰਾ ਲੈ ਲਵੋ, ਇਹ ਚੀਜ਼ਾਂ ਜਿੱਥੇ ਦੱਬੀਆਂ ਲੁਕੀਆਂ ਭਾਵੇਂ ਤੁਰਦੀਆਂ ਹੋਣ, ਪਰ ਬਹੁਤ ਜ਼ਿਆਦਾ ਗੰਦਗੀ ਉਸ ਥਾਂ 'ਤੇ ਇਕੱਠੀ ਹੋ ਚੁੱਕੀ ਹੈ। ਔਰਤ ਨੂੰ ਉਹਦਾ ਬਣਦਾ, ਜੇ ਉਹਨੇ ਰੁਤਬਾ ਲੈਣਾ ਤਾਂ ਉਹਨਾਂ 'ਚੋਂ ਬਹੁਤ ਸਾਰੀਆਂ ਨੇ ਜਿਹੜੀਆਂ ਇਸ ਤਰੀਕੇ ਦੀਆਂ ਸ਼ਿਕਾਰ ਹੋ ਚੁੱਕੀਆਂ ਨੇ ਜਾਂ ਰੈਗੂਲਰ ਹੋ ਰਹੀਆਂ ਨੇ, ਪਰ ਉਹਨਾਂ ਦੀ ਆਵਾਜ਼ ਕੋਈ ਨਹੀਂ ਬਣ ਰਿਹਾ ਜੀ। ਹੁਣ ਇਹਦੇ ਤੋਂ ਅੱਗੇ ਜਦੋਂ ਇਹ ਔਰਤ, ਤੁਸੀਂ ਸਮਝੋ ਕਿ ਆਪ ਸ਼ਿਕਾਰ ਹੋਈ ਹੋਵੇ, ਜਿਹਨੂੰ ਨਿਆਂ ਨਾ ਮਿਲਿਆ ਹੋਵੇ, ਜ਼ਰਾ ਸੋਚ ਕੇ ਵੇਖਿਓ, ਉਹਨੂੰ ਜਦੋਂ ਆਪਣੇ ਕੁੱਖ ਅੰਦਰ ਇੱਕ ਹੋਰ ਧੀ ਦਾ ਪਤਾ ਲੱਗੇ, ਉਹ ਔਰਤ ਕਿੰਨੀ ਕੁ ਮਜਬੂਰੀ ਨਾਲ ਇਹ ਸੋਚਦੀ ਹੋਏਗੀ ਕਿ ਮੈਂ ਇਹੋ ਜਿਹੇ ਸਮਾਜ ਵਿੱਚ ਧੀ ਕਿਉਂ ਜੰਮਣੀ ਹੈ। ਮੈਂ ਨਹੀਂ ਚਾਹੁੰਦੀ ਕਿ ਇੱਥੇ ਇੱਕ ਹੋਰ ਮੇਰੇ ਵਾਂਗ ਸ਼ਿਕਾਰ ਬਣੇ, ਮੈਂ ਤਾਂ ਇਹ ਬੇਟੀ ਨੂੰ ਰੱਖਣਾ ਹੀ ਨਹੀਂ ਚਾਹੁੰਦੀ। ਸੋ ਇਹ ਜਦੋਂ ਕੋਈ ਕਿਸੇ ਮਾਂ ਵੱਲੋਂ ਫੈਸਲਾ ਲੈਣਾ ਹੁੰਦਾ ਨਾ, ਮੈਂ ਮਾਂ, ਮੈਂ ਸਮਝ ਸਕਦੀ ਹਾਂ ਕਿੰਨਾ ਕੁਛ ਅੰਦਰ ਟੁੱਟਦਾ, ਕਿੰਨਾ ਕੁਛ ਅੰਦਰ ਮਰਦਾ। ਕੋਈ ਇਹ ਫੈਸਲਾ ਲਵੇ, ਕਿੰਨੇ ਕੁ ਔਖੇ ਹੋ ਕੇ ਉਹਨੂੰ ਲੈਣਾ ਪਏਗਾ ਕਿ ਮੈਂ ਆਪਣੇ ਵਰਗੀ ਜੋ ਜ਼ਿੰਦਗੀ ਨਰਕ ਭਰੀ ਜੀਵੀ ਹੈ, ਮੈਂ ਉਸ ਤਰ੍ਹਾਂ ਦੀ ਆਪਣੀ ਬੇਟੀ ਨੂੰ ਨਹੀਂ ਦੇਣਾ ਚਾਹੁੰਦੀ। ਇਹ ਸਾਰਾ ਕੁਛ ਤਾਣੇ ਬਾਣੇ ਉਲਝੇ 'ਚ ਇੱਕ ਅਹਿਮ ਨੁਕਤਾ ਹੋਰ ਦੱਸਾਂ। ਜਦੋਂ ਇਹ ਖਬਰ ਕਿਸੇ ਨੂੰ ਮਿਲੇ ਕਿ ਸਾਡੀ ਬੇਟੀ ਹਰ ਪਾਸਿਓਂ ਠੀਕ ਸੀ, ਉਹਨੇ ਸਿਰਫ ਨਾ ਕੀਤੀ ਕਿਸੇ ਵੱਲੋਂ, ਜੋ ਕਿਸੇ ਵੱਲੋਂ ਗਲਤ ਰਾਏ ਜੋ ਕਿਸੇ ਨੇ ਉਹਦੇ ਵੱਲ ਹੱਥ ਵਧਾਇਆ ਸੀ, ਅਤੇ ਉਹਦਾ ਮਤਲਬ ਉਹਨੂੰ ਸਜ਼ਾ ਇਹ ਦਿੱਤੀ ਜਾਏਗੀ, ਉਹਦੇ ਮੂੰਹ 'ਤੇ ਤੇਜ਼ਾਬ ਸੁੱਟ ਦਿੱਤਾ ਜਾਏਗਾ, ਜਾਂ ਫਿਰ ਉਹ ਆਪਣੇ ਜਿਸ ਦੇ ਨਾਲ ਲਿਵ ਇਨ 'ਚ ਰਹਿ ਰਹੀ ਹੋਏ ਉਹਦੇ ਟੋਟੇ ਕਰਕੇ ਉਹਨੂੰ ਸੁੱਟ ਦੇਵੇਗਾ, ਜਾਂ ਫਿਰ ਇਹੀ ਜਦੋਂ ਕਦੇ ਅਸੀਂ ਦੇਖਦੇ ਹਾਂ ਕੇਸਿਸ, ਭਾਵੇਂ ਲੁਕਵੇਂ ਛਿਪਵੇਂ ਤੁਰੇ ਹੋਣ ਜਾਂ ਜਿਵੇਂ ਵੀ ਮਰਜ਼ੀ, ਪਰ ਗੱਲ ਤਾਂ ਹੈ ਕਿ ਸਾਡੇ ਅੱਜ ਵੀ ਦਾਜ ਪ੍ਰਥਾ ਕਿਤੇ ਰੁਕੀ ਨਹੀਂ। ਦਾਜ ਖਾਤਰ ਬੇਟੀਆਂ ਜਿਸ ਤਰੀਕੇ ਦਾ ਜ਼ੁਲਮ ਸਹਿ ਰਹੀਆਂ ਨੇ, ਮੈਂ ਬਿਲਕੁਲ 100% ਤੁਹਾਡੇ ਨਾਲ ਮੰਨਦੀ ਹਾਂ ਵੀ ਹੈਗੀਆਂ ਨੇ ਕੁਝ ਜਿਹੜੇ ਝੂਠੇ ਕੇਸ ਕਰਦੀਆਂ ਨੇ, ਪਰ ਉਸ ਝੂਠੇ ਕੇਸ ਕਰਨ ਵਾਲੀਆਂ ਤੇ ਤੁਸੀਂ ਭਾਵੇਂ ਜੋ ਮਰਜ਼ੀ ਕਰੋ, ਪਰ ਉਹਨਾਂ ਸਦਕਾ ਜੋ ਅਸਲ ਵਿੱਚ ਭੁਗਤਦੀਆਂ ਨੇ ਜਾਂ ਜੋ ਮਰਦੀਆਂ ਪਈਆਂ ਨੇ ਅੱਜ ਵੀ, ਉਹਨਾਂ ਨੂੰ ਨਿਆਂ ਨਹੀਂ ਮਿਲਦਾ, ਸਿਰਫ ਉਹਨਾਂ ਕੁਝ ਕਰਕੇ ਜਿਹੜੀਆਂ ਇਹੋ ਜਿਹੇ ਝੂਠੇ ਕੇਸ ਕਰ ਜਾਂਦੀਆਂ ਨੇ। ਹੁਣ ਉਸ ਤੋਂ ਵੀ ਅਗਾਂਹ ਤੁਰੀਏ, ਅੱਜ ਵੀ ਧੀ ਜੰਮਣ ਉੱਤੇ ਤੁਹਾਨੂੰ ਲੱਗੇਗੀ ਹੈਰਾਨ ਕਰਨ ਵਾਲੀ ਗੱਲ, ਪਰ ਅੱਜ ਵੀ ਨੂੰਹਾਂ ਸੁੱਟ ਦਿੱਤੀਆਂ ਜਾਂਦੀਆਂ ਨੇ, ਕੱਢ ਦਿੱਤੀਆਂ ਜਾਂਦੀਆਂ ਨੇ, ਜਦ ਕਿ ਬਹੁਤ ਅਹਿਮ ਜਾਣਕਾਰੀ ਸੱਚਮੁੱਚ ਇਸ ਪ੍ਰੋਗਰਾਮ ਰਾਹੀਂ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਪਤਾ ਕਿ ਇੱਕ ਮਰਦ ਦੇ ਸਰੀਰ ਅੰਦਰ ਇੱਕ ਐਕਸ ਅਤੇ ਇੱਕ ਵਾਈ ਕ੍ਰੋਮੋਸੋਮ ਹੁੰਦਾ, ਜਦ ਕਿ ਔਰਤ ਦੇ ਜਿਸਮ ਅੰਦਰ 2 ਐਕਸ ਕ੍ਰੋਮੋਸੋਮ ਨੇ। ਯਾਨੀ ਕਿਸੇ ਨੇ ਵੀ ਜੇ ਘਰ ਵਿੱਚ ਦੇਖਣਾ ਮੁੰਡਾ ਜਾਂ ਕੁੜੀ, ਉਹਦਾ ਮਤਲਬ ਇਹ 100% ਜ਼ਿੰਮੇਵਾਰੀ ਸਿਰਫ ਤੇ ਸਿਰਫ ਮਰਦ ਉੱਤੇ ਹੈ। ਯਾਨੀ ਜੇ ਘਰ ਵਿੱਚ ਬੇਟਾ ਹੋਣਾ ਤਾਂ ਮਰਦ ਦੇ ਸਰੀਰ ਅੰਦਰੋਂ ਵਾਈ ਕ੍ਰੋਮੋਸੋਮ ਅੱਗੇ ਜਾਏਗਾ ਤਾਂ ਹੀ ਹੋਏਗਾ, ਔਰਤ ਕੋਲ ਤੇ ਹਾਨੀ 2 ਐਕਸ ਕ੍ਰੋਮੋਸੋਮ। ਇੰਝ ਜੇ ਬੇਟੀ ਹੋਣੀ ਹੈ
ਤਾਂ ਫਿਰ ਉਹ ਮਰਦ ਦੇ ਸਰੀਰ ਅੰਦਰਲਾ ਐਕਸ ਕ੍ਰੋਮੋਸੋਮ ਜਾਏਗਾ, ਔਰਤ ਕੋਲ ਤੇ ਹਾਨੀ 2X, ਤਾਂ ਬੇਟੀ ਪੈਦਾ ਹੋਏਗੀ। ਯਾਨੀ ਇਸ 'ਚ ਮੈਂ ਲਫ਼ਜ਼ ਕਸੂਰਵਾਰ ਨਹੀਂ ਵਰਤਿਆ, ਔਰਤ ਨੂੰ ਕਸੂਰਵਾਰ ਠਹਿਰਾਇਆ ਜਾਂਦਾ। ਮਰਦ ਉੱਤੇ ਜ਼ਿੰਮੇਵਾਰੀ ਹੈ ਕੁਦਰਤ ਨੇ ਦਿੱਤੀ, ਤਾਂ ਫਿਰ ਔਰਤ ਕਿਉਂ ਭੁਗਤ ਰਹੀ ਹੈ, ਕਿਉਂ ਉਹਨੂੰ ਘਰੋਂ ਕੱਢ ਦਿੱਤਾ ਜਾਂਦਾ? ਇਹ ਚੀਜ਼ਾਂ ਨੇ ਜਿਹੜੀਆਂ ਅਸੀਂ ਜਾਣ ਬੁੱਝ ਕੇ ਲੁਕਾ ਰਹੇ ਹਾਂ, ਜਿਨ੍ਹਾਂ ਨੂੰ ਪਤਾ ਵੀ ਹੈ ਉਹ ਵੀ ਗੱਲ ਸਾਹਮਣੇ ਨਹੀਂ ਆਉਣ ਦਿੰਦੇ। ਇਸ ਤੋਂ ਵੀ ਅਗਾਂਹ ਤੁਰੀਏ। 2 ਹੋਰ ਚੀਜ਼ਾਂ ਮੈਂ ਜ਼ਰੂਰ ਸਾਂਝੀਆਂ ਕਰ ਦਿਆਂ। ਤੁਸੀਂ ਸੜਕਾਂ 'ਤੇ ਜਾਂਦੇ ਵੇਖਦੇ ਹੋਵੋਗੇ, ਲਾਲ ਬੱਤੀਆਂ ਦੇ ਉੱਤੇ ਢੇਰਾਂ ਦੇ ਢੇਰ ਬੱਚੇ ਮੰਗਣ ਆਉਂਦੇ ਨੇ। ਉਹਨਾਂ 'ਚ ਭਾਰੀ ਗਿਣਤੀ ਇਸ ਵੇਲੇ ਬੇਟੀਆਂ ਦਾ, ਇੱਕ ਖਿਮਾ ਕਰਿਓ ਸ਼ਬਦ ਜੋ ਵਰਤ ਰਹੀ ਹਾਂ, ਸੱਚ ਜੇ, ਕਾਰੋਬਾਰ ਸ਼ੁਰੂ ਹੋਇਆ, ਜਿੱਥੇ ਇਹ ਬੇਟੀਆਂ ਚੁੱਕੀਆਂ ਜਾਂਦੀਆਂ ਨੇ, ਡਰਾਈਆਂ ਜਾਂਦੀਆਂ ਨੇ, ਧਮਕਾਈਆਂ ਜਾਂਦੀਆਂ ਨੇ। ਇਹਨਾਂ ਨੂੰ, ਕਈਆਂ ਨੂੰ ਤਾਂ ਕਿਸੇ ਨਾ ਕਿਸੇ ਪਾਸਿਓਂ ਅੰਗ ਤੋਂ ਨਕਾਰਾ ਵੀ ਕਰ ਦਿੱਤਾ ਜਾਂਦਾ ਜੇ। ਤੇ ਇਹਨਾਂ ਨੂੰ ਜਿਸ ਤਰੀਕੇ ਭੁੱਖੇ ਰੱਖ ਕੇ, ਨਿਰਵਸਤਰ ਕਰਕੇ, ਜਿਵੇਂ ਦਾ ਇਹਨਾਂ 'ਤੇ ਜ਼ੁਲਮ ਢਾਇਆ ਜਾਂਦਾ, ਤੇ ਫਿਰ ਮਜਬੂਰ ਕਰਕੇ ਇਹਨਾਂ ਨੂੰ ਉੱਥੇ ਛੱਡਿਆ ਜਾਂਦਾ ਕਿ ਮੰਗੋ। ਹੁਣ ਇਹ ਬੇਟੀਆਂ ਜਿਸ ਕਾਰੋਬਾਰ ਅਧੀਨ ਅਸੀਂ ਤਰਸ ਖਾ ਕੇ ਉਹਨਾਂ ਨੂੰ ਫੜਾ ਦਿੰਦੇ ਹਾਂ ਪੈਸੇ, ਤਾਂ ਸਮਝੋ ਇਸ ਕਾਰੋਬਾਰ 'ਚ ਵਾਧਾ ਕਰ ਰਹੇ ਹਾਂ। ਜੇ ਕਿਸੇ ਤਰੀਕੇ ਸਗੋਂ ਅਸੀਂ ਉਹਨਾਂ ਦੀ ਤਸਵੀਰ ਖਿੱਚ ਕੇ ਸਗੋਂ ਪਾਈਏ ਆਪਣੇ ਸਾਰੇ, ਯਾਨੀ ਸੋਸ਼ਲ ਮੀਡੀਆ ਭਰ ਦਈਏ ਕਿ ਜਿਹਦੀ ਵੀ ਧੀ ਚੁੱਕੀ ਗਈ ਹੈ, ਜੇ ਹੈ ਤਾਂ ਲੱਭੋ, ਤਾਂ ਇਸ ਕਾਰੋਬਾਰ ਨੂੰ ਰੋਕਣਾ ਬਹੁਤ ਅਹਿਮ ਬਣ ਚੁੱਕਿਆ। ਵਰਨਾ ਜਿਸ ਤਰੀਕੇ ਵਤਨੋਂ ਪਾਰ ਧੀਆਂ ਇਸ ਵੇਲੇ ਧੱਕੀਆਂ ਜਾ ਰਹੀਆਂ ਮਨੁੱਖੀ ਤਸਕਰੀ ਅਧੀਨ, ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਤੇ ਫਿਰ ਦੂਜਾ ਅਹਿਮ ਨੁਕਤਾ ਜੇ ਡਰੱਗ ਦਾ ਵਪਾਰ, ਨਸ਼ੇ ਦੇ ਵਪਾਰ ਵਿੱਚ ਇਸ ਵੇਲੇ ਤੁਸੀਂ ਖਬਰ ਸ਼ਾਇਦ ਪੜ੍ਹੀ ਹੋਏਗੀ, 50 ਕਿਲੋ ਹੈਰੋਇਨ ਕਿਵੇਂ ਇੱਕ ਔਰਤ ਨੇ ਥੱਲੇ ਜ਼ਮੀਨ ਹੇਠਾਂ ਜੋ ਸੀਵਰੇਜ ਦੀ ਪਾਈਪ ਵਿੱਚੋਂ ਉੱਥੋਂ ਰੀਂਗ ਕੇ ਕੱਢਦੀ ਫੜੀ ਗਈ ਸੀ। ਸੋ ਇਹ ਬੇਟੀਆਂ ਜੋ ਹੁਣ ਇੱਕ ਮਿਸਡ ਕਾਲ ਨਾਲ ਜਿਨ੍ਹਾਂ ਨੂੰ ਨਸ਼ਾ ਪਹੁੰਚ ਰਿਹਾ, ਇਹਨਾਂ ਨੂੰ ਜਬਰੀ ਸ਼ਿਕਾਰ ਵੀ ਬਣਾਇਆ ਜਾਂਦਾ। ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਕਿ ਕਿਵੇਂ ਇਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ, ਕਿਵੇਂ ਜਦੋਂ ਇਹ ਆਦੀ ਹੋ ਜਾਂਦੀਆਂ ਤਾਂ ਇਹਨਾਂ ਨੂੰ ਸਗੋਂ ਵਰਤਿਆ ਜਾਂਦਾ ਕਿ ਤੁਸੀਂ ਇਸ ਥਾਂ 'ਤੇ ਡਰੱਗਸ ਪਹੁੰਚਾ ਕੇ ਆਓਗੇ ਤਾਂ ਤੁਹਾਨੂੰ ਆਪਣੀ ਖੇਪ ਮਿਲੇਗੀ। ਇਹ ਸਾਰਾ ਜਦੋਂ ਦਾਰੋ ਮਦਾਰ ਅਸੀਂ ਦੇਖਦੇ ਹਾਂ ਨਾ ਆਨੰਦਪ੍ਰੀਤ, ਦਿਲ ਕੰਬਦਾ ਕਿ ਅੱਜ ਦੇ ਦਿਨ ਅਸੀਂ ਵਾਕਈ ਕੀ ਧੀ ਨੂੰ ਸੁਰੱਖਿਅਤ ਮੰਨ ਸਕਦੇ ਹਾਂ। ਹੁਣ ਕਿੰਨਾ ਕੁ ਅਹਿਮ ਹੋਏਗਾ ਇਹ ਦਿਨ ਜਿੱਥੇ ਅਸੀਂ ਆਵਾਜ਼ ਚੁੱਕਦੇ ਹਾਂ, ਬੇਟੀ ਬਚਾਓ ਵੀ, ਬੇਟੀ ਪੜ੍ਹਾਓ ਵੀ। ਪਰ ਆਨੰਦਪ੍ਰੀਤ, ਇਹ ਬਹੁਤ ਸਾਰੇ ਮੁੱਦੇ ਅਸੀਂ ਉਹਦੇ ਥੱਲੇ ਦਫਨ ਕਰ ਦਿੱਤੇ ਨੇ। ਕੋਈ ਬੇਟੀ ਜੰਮੇ ਤਾਂ ਫਿਰ ਅੱਗੋਂ ਜਿਸ ਤਰੀਕੇ ਦਾ ਸਰੀਰਕ ਸ਼ੋਸ਼ਣ ਤੋਂ ਬਾਅਦ ਨਿਆਂ ਨਾ ਮਿਲੇ, ਕਿੱਥੇ ਜਾਵੇ? ਸਵਾਲ ਇਹ ਬਹੁਤ ਵੱਡੇ ਨੇ ਕਿ ਅੱਜ ਜੇ ਉਹ ਮਾਪੇ ਜਿਨ੍ਹਾਂ ਦੇ ਘਰ ਵਿੱਚ ਇੱਕ ਧੀ ਬੈਠੀ ਹੋਵੇ ਕਿ ਕੁੜੀ ਜੰਮੀ ਸੀ, ਉਹ ਸੁੱਟ ਗਏ ਨੇ, ਦੂਜੀ ਇੱਕ ਧੀ ਪਈ ਹੈ ਜੀ ਘਰ ਦੇ ਵਿੱਚ ਕਿਉਂਕਿ ਦਾਜ ਨਹੀਂ ਦੇ ਸਕੇ ਉਸ ਕਰਕੇ ਸੁੱਟ ਗਏ ਨੇ, ਮੈਂ ਉਹ ਪਿਓ ਦੀ ਅੱਜ ਆਵਾਜ਼ ਬਣਨਾ ਚਾਹੁੰਦੀ ਹਾਂ ਕਿ ਉਹ ਪਿਓ ਪੁੱਛਦਾ ਅੱਜ ਸਾਰਿਆਂ ਨੂੰ, ਇਸੇ ਸਰਕਾਰ ਨੂੰ ਪੁੱਛਦਾ, ਦਿਨ ਮਨਾਓ ਪਰ ਆ ਮੇਰੀਆਂ 2 ਧੀਆਂ ਨੂੰ ਨਿਆਂ ਨਹੀਂ ਮਿਲਿਆ। ਮੈਨੂੰ ਦੱਸੋ ਕਿ ਜੇ ਮੇਰੇ ਘਰ ਵਿੱਚ ਅੱਜ ਤੀਜੀ ਕੁੜੀ ਜੰਮਣ ਨੂੰ ਫਿਰਦੀ ਹੈ, ਮੈਂ ਕਹਿੰਦਾ ਨਹੀਂ ਜੰਮਣੀ ਚਾਹੀਦੀ, ਕਿਉਂਕਿ ਤੁਹਾਡੇ ਵਿੱਚੋਂ ਕੋਈ ਇਹਨੂੰ ਮਨੁੱਖੀ ਤਸਕਰੀ ਅਧੀਨ ਲੈ ਜਾਏਗਾ, ਤੁਹਾਡੇ 'ਚੋਂ ਹੀ ਕੋਈ ਫਿਰ ਇਹਨੂੰ ਮੰਗਣ ਵਾਲੇ ਪਾਸੇ ਲਾਏਗਾ, ਤੁਹਾਡੇ ਵਿੱਚੋਂ ਹੀ ਕੋਈ ਹੋਏਗਾ ਜਿਹੜਾ ਇਹਦਾ ਸਰੀਰਕ ਸ਼ੋਸ਼ਣ ਕਰੇਗਾ। ਮੈਂ ਧੀ ਜੰਮਾਂ ਤਾਂ ਕਿਸ ਲਈ? ਜੀ, ਸੋ ਬਿਲਕੁਲ ਠੀਕ ਹੈ। ਤੇ ਅੱਜ ਸਾਡੀ ਕੋਸ਼ਿਸ਼ ਵੀ ਹੈ ਕਿ ਇਸ ਪ੍ਰੋਗਰਾਮ ਜ਼ਰੀਏ ਅਸੀਂ ਸਾਡੇ ਦੌਰ ਦਾ ਉਹ ਸੱਚ ਜਿਹੜਾ ਕਿਤੇ ਪਰਦਿਆਂ ਦੇ ਪਿੱਛੇ ਲੁਕਿਆ ਹੋਇਆ ਜਾਂ ਜਿਹਦੇ ਬਾਰੇ ਬਹੁਤ ਸਾਰੇ ਲੋਕ ਗੱਲ ਨਹੀਂ ਸੀ ਕਰਨਾ ਚਾਹੁੰਦੇ, ਸਾਡੀ ਕੋਸ਼ਿਸ਼ ਹੈ ਕਿ ਅਸੀਂ ਗੱਲ ਕਰੀਏ। ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਕਿ ਉਹਨਾਂ ਨੇ ਸਪੈਸੀਫਿਕ ਇਹ ਮੁੱਦੇ ਦੇ ਉੱਤੇ ਸਾਨੂੰ ਗੱਲ ਕਰਨ ਲਈ ਕਿਹਾ। ਤੇ ਮੈਡਮ, ਬਹੁਤ ਸਾਰੇ ਕਮਿਸ਼ਨ ਬਣ ਗਏ ਨੇ, ਜਿੱਦਾਂ ਤੁਸੀਂ ਕਿਹਾ ਕਿ ਸੈਕਸ਼ੂਅਲ ਹਰਾਸਮੈਂਟ ਕਮੇਟੀ ਹੈਗੀ ਹੈ, ਬਾਕੀ ਕੋਈ ਬਹੁਤ ਕੁਝ ਹੋ ਰਿਹਾ ਹੈਗਾ ਸਮਾਜ ਦੇ ਵਿੱਚ, ਅਵੇਅਰ ਵੀ ਕੀਤਾ ਜਾ ਰਿਹਾ ਹੈਗਾ। ਕਿੱਥੇ ਕੁ ਜਾ ਕੇ ਅਸੀਂ ਖੁੰਝ ਰਹੇ ਹਾਂ, ਕੀ ਸਾਨੂੰ ਕਰਨਾ ਚਾਹੀਦਾ? ਦੇਖੋ, ਇਹਦੇ ਸਾਹਮਣੇ ਮੈਂ ਤਾਂ ਨਹੀਂ ਦੱਸਦੀ ਹਾਂ ਵੀ ਜਿਵੇਂ ਸਾਡੇ ਰੈਸਲਰ ਬੇਟੀਆਂ ਖੜੀਆਂ ਨੇ, ਓਪਨਲੀ ਕਹਿ ਰਹੀਆਂ ਨੇ ਹਾਂਜੀ ਸਾਡੇ ਨਾਲ ਇਹ ਹੁੰਦਾ ਰਿਹਾ ਜੀ, ਪਰ ਸਾਨੂੰ ਨਿਆਂ ਨਹੀਂ ਮਿਲ ਰਿਹਾ। ਤੇ ਦਿਖ ਰਿਹਾ ਸਾਨੂੰ ਕਿ ਕਿਸ ਤਰੀਕੇ ਸੜਕਾਂ 'ਤੇ ਉਤਰਨਾ ਪੈ ਰਿਹਾ। ਬਿਲਕੁਲ ਇੰਝ ਹੀ ਸਾਡੇ ਕੋਲ ਇਹ ਵੀ ਕੇਸਿਸ ਨੇ ਕਿ ਕਈ ਸੁੰਦਰਤਾ ਮੁਕਾਬਲਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਰਿਹਾ, ਜਾਂ ਵੱਖੋ ਵੱਖਰੀਆਂ ਥਾਵਾਂ 'ਤੇ ਕਿਵੇਂ ਸ਼ੋਸ਼ਣ ਹੁੰਦਾ। ਜਿਵੇਂ ਮੈਂ ਦੱਸਿਆ, ਖੇਡ ਕੱਲੀਆਂ ਹੀ ਨਹੀਂ, ਚੁਫੇਰੇ ਹੋ ਰਿਹਾ ਜੇ। ਹੁਣ ਜਦੋਂ ਉਹਦੇ ਵਿੱਚ
ਇੱਕ ਕਮਿਸ਼ਨ ਦੀ ਹੀ ਕੋਈ ਆਪ ਔਰਤ ਲੀਡਰ ਜੇ ਇਸ ਤਰ੍ਹਾਂ ਦੀ ਗੱਲ ਕਰੇ ਭਈ ਮੇਰੇ ਨਾਲ ਵੀ ਹੋਇਆ, ਨਿਆਂ ਨਹੀਂ ਮਿਲ ਰਿਹਾ, ਫਿਰ ਗੱਲ ਕਿੱਥੇ ਲਿਜਾਈਏ। ਮੈਂ ਇੱਕ ਅਹਿਮ ਚੀਜ਼ ਦੱਸ ਦਿਆਂ, ਮੈਂ ਕੈਨੇਡਾ 'ਚ ਸਾਂ, ਧੰਨਵਾਦੀ ਹਾਂ ਮੈਂ ਆਪਣੇ NRI ਵੀਰਾਂ ਦੀ ਜਿਨ੍ਹਾਂ ਨੇ ਮੌਕਾ ਬਣਾਇਆ ਕਿ ਮੈਨੂੰ ਉੱਥੇ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਓਟਵਾ 'ਚ। ਉੱਥੇ ਇੱਕ ਔਰਤ ਮਿਨਿਸਟਰ ਸਨ ਜਿਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਪਾਰਲੀਮੈਂਟ 'ਚ ਹੀ ਬੈਠੇ ਸਾਂ। ਅਤੇ ਉੱਥੇ ਤਾਂ ਤੁਹਾਡੀ, ਕਿਉਂਕਿ ਇਹ ਸਵਾਲ ਦਾ ਜਵਾਬ ਇਸ ਦੇ ਵਿੱਚ ਲੁਕਿਆ ਪਿਆ ਜੇ, ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਤੁਹਾਡੇ ਵਿਕਸਿਤ ਮੁਲਕਾਂ ਵਿੱਚ ਸ਼ਾਇਦ ਤੁਸੀਂ ਸੁਖਾਲੇ ਹੋਵੋਗੇ, ਸਾਡੇ ਇਸ ਤਰ੍ਹਾਂ ਦਾ ਕਾਫੀ ਹੈਗਾ ਚੱਲ ਰਿਹਾ ਕੰਮ। ਤੁਹਾਨੂੰ ਪਤਾ ਜੇ ਉਸ ਮਿਨਿਸਟਰ ਨੇ, ਜੋ ਕਿ ਔਰਤ ਮਿਨਿਸਟਰ ਸੀਗੀ ਉੱਥੇ ਦੀ, ਮੈਨੂੰ ਉਸਨੇ ਕਿਹਾ ਕਿ ਮੈਂ ਆਪ ਵੀ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਹਾਂ। ਮੈਂ ਬਹੁਤ ਅਹਿਮ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਜਿਸ ਵਿੱਚ ਮੈਂ ਇੱਕ ਤਰੀਕੇ ਸ਼ੌਕ ਲੱਗਿਆ ਕਿ ਇਹ ਕਿਸ ਤਰ੍ਹਾਂ ਦੀ ਗੱਲ ਹੋਈ ਵੀ ਤੁਸੀਂ ਮੰਤਰੀ ਹੁੰਦਿਆਂ ਹੋਇਆਂ ਤੁਸੀਂ ਗੱਲ ਕਿਵੇਂ ਸਹਿ ਲਈ। ਦੂਸਰਾ ਵਿਕਸਿਤ ਮੁਲਕ ਹੈ, ਉਹ ਵੀ ਇਹੋ ਜਿਹੇ ਵਿਕਸਿਤ ਮੁਲਕ 'ਚ। ਉਹਦਾ ਜਵਾਬ ਸੀ, ਮੁਲਕ ਜਿੰਨੇ ਮਰਜ਼ੀ ਵਿਕਸਿਤ ਹੋ ਜਾਣ, ਔਰਤ ਦਾ ਵਿਕਾਸ ਓਨਾ ਨਹੀਂ ਹੁੰਦਾ। ਬਹੁਤ ਕੁਛ ਡਾਕਟਰ ਜੀ ਅਸੀਂ ਦੱਬਦੇ ਹਾਂ ਅੰਦਰ, ਕਿ ਇਹੋ ਜਿਹੀਆਂ ਚੀਜ਼ਾਂ ਜੇ ਉਜਾਗਰ ਹੋਣਗੀਆਂ ਸਾਡੀ ਕਮਜ਼ੋਰੀ ਸਾਹਮਣੇ ਆਏਗੀ, ਸਾਡੇ ਤੋਂ ਸ਼ਾਇਦ ਪਦਵੀ ਖੁੱਸ ਜਾਏ। ਸ਼ਾਇਦ ਮੇਰੀ ਤੁਹਾਡੇ ਸਵਾਲ ਦਾ ਸਾਰਾ ਜਵਾਬ ਇਸ 'ਚ ਲੁਕਿਆ ਪਿਆ ਕਿ ਬਹੁਤ ਔਰਤਾਂ ਨੇ ਜੋ ਅਹੁਦਿਆਂ 'ਤੇ ਪਹੁੰਚ ਕੇ ਸਿਰਫ ਅਹੁਦਾ ਫੜੀ ਰੱਖਣ ਪਿੱਛੇ ਉਹ ਜੀਭ ਨੂੰ ਅੰਦਰ ਦੱਬ ਕੇ ਰੱਖ ਲੈਂਦੀਆਂ ਨੇ, ਚੁੱਪ ਕਰ ਜਾਂਦੀਆਂ ਨੇ। ਇਹ ਚੁੱਪੀ ਤੋੜਨ ਦੀ ਲੋੜ ਹੈ ਅਤੇ ਪ੍ਰਾਈਮ ਏਸ਼ੀਆ ਨੂੰ ਸਲਿਊਟ ਕਰਦੀ ਹਾਂ। ਉਹਨਾਂ ਨੇ ਐਡਾ ਇਹ ਦਮਦਾਰ ਪ੍ਰੋਗਰਾਮ ਰੱਖਿਆ ਕਿ ਸਾਡਾ ਇਹੋ ਅੱਜ ਸੁਝਾਅ ਜੇ ਕਿ ਪਦਵੀਆਂ ਸਦਾ ਨਹੀਂ ਰਹਿੰਦੀਆਂ, ਪਰ ਤੁਹਾਡਾ ਕਿਰਦਾਰ ਰਹਿਣਾ ਜੇ। ਸੋ ਔਰਤ ਜੇ ਕਿਸੇ ਉੱਚੇ ਰੁਤਬੇ 'ਤੇ ਗਈ ਜੇ, ਉਹਨੂੰ ਜ਼ਰੂਰੀ ਜੇ ਕਿ ਜਿੱਥੇ ਆਪ ਆਵਾਜ਼ ਚੁੱਕੇ ਉੱਥੇ ਹੋਰਨਾਂ ਦੀ ਆਵਾਜ਼ ਬਣੇ। ਸੋ ਜਦ ਤੱਕ ਅਸੀਂ ਇਹ ਚੁੱਪੀ ਨਹੀਂ ਤੋੜਦੇ, ਖਿਮਾ ਕਰਿਓ, ਕੋਈ ਵੀ ਚੀਜ਼ 'ਚ ਅਸੀਂ ਸੁਧਾਰ ਨਹੀਂ ਲਿਆ ਸਕਦੇ। ਸੋ ਨੁਕਤਾ ਉੱਥੇ ਹੀ ਖੜ੍ਹਾ ਹੈ ਕਿ ਸਾਨੂੰ ਆਪ, ਜਿਵੇਂ ਮੀ ਟੂ ਦਾ ਇੱਕ ਸ਼ੁਰੂ ਹੋਇਆ ਸੀ, ਉਸੇ ਤਰ੍ਹਾਂ ਹੁਣ ਔਰਤਾਂ ਨੂੰ ਜ਼ਰੂਰ ਇਕਜੁੱਟ ਹੋ ਕੇ ਇਸ ਤਰ੍ਹਾਂ ਦੇ ਜ਼ੁਲਮ ਦੇ ਵਿਰੁੱਧ ਆਵਾਜ਼ ਵੀ ਚੁੱਕਣੀ ਚਾਹੀਦੀ ਹੈ। ਅਤੇ ਫਿਰ ਇਸ ਤਰ੍ਹਾਂ ਦੇ NGOs ਤਿਆਰ ਕਰਨੇ ਚਾਹੀਦੇ ਨੇ ਜਿੱਥੇ ਇਹਨਾਂ ਔਰਤਾਂ ਦੀ ਸੁਣਵਾਈ ਹੋ ਸਕੇ। ਜੀ ਮੈਂ ਬਿਲਕੁਲ ਠੀਕ ਹੈ ਮੈਡਮ। ਅਸੀਂ ਇਸ ਪ੍ਰੋਗਰਾਮ ਨੂੰ ਸਮੇਟਦੇ ਨਹੀਂ, ਇਸ ਪ੍ਰੋਗਰਾਮ ਨੂੰ ਅਸੀਂ ਖੁੱਲ੍ਹਾ ਛੱਡਦੇ ਹਾਂ ਤਾਂ ਕਿ ਹੋਰ ਬਹੁਤ ਸਾਰੇ ਲੋਕ ਤੁਹਾਡੇ ਜ਼ਰੀਏ, ਤੁਸੀਂ ਸ਼ੁਰੂਆਤ ਕੀਤੀ ਹੈ ਇਸ ਪ੍ਰੋਗਰਾਮ ਦੀ, ਅਤੇ ਪ੍ਰਾਈਮ ਏਸ਼ੀਆ TV ਕੋਸ਼ਿਸ਼ ਕਰੂਗਾ ਕਿ ਜੇ ਅਸੀਂ ਉਹਨਾਂ ਦੀ ਆਵਾਜ਼ ਵੀ ਬਣ ਸਕੀਏ, ਉਹ ਤੁਹਾਡੇ ਤੱਕ ਸੰਪਰਕ ਕਰਨ, ਤੁਸੀਂ ਉਹਨਾਂ ਦੀ ਆਵਾਜ਼ ਬਣ ਸਕੀਏ, ਅਤੇ ਅਸੀਂ ਇਸ ਨੂੰ ਲੜੀਵਾਰ ਸਿਲਸਿਲੇ ਨਾਲ ਅੱਗੇ ਤੋਰਨਾ ਚਾਹਾਂਗੇ। ਤੁਸੀਂ ਸਮਾਂ ਦਿੱਤਾ, ਹਰ ਵਾਰ ਦੀ ਤਰ੍ਹਾਂ ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਜੀ। ਧੰਨਵਾਦ ਜੀ। ਤਾਂ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਕੋਸ਼ਿਸ਼, ਤੁਸੀਂ ਭਲੀ ਭਾਂਤ ਜਾਣੂ ਹੋ ਗਏ ਹੋਵੋਗੇ, ਪਰ ਇਹ ਪ੍ਰੋਗਰਾਮ ਇੱਥੇ ਸਮਾਪਤ ਨਹੀਂ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਆਓ ਸਮਾਜ ਦੇ ਉਹ ਪਹਿਲੂ, ਉਹ ਪੱਖ ਜਿਨ੍ਹਾਂ ਦੇ ਉੱਤੇ ਚਰਚਾ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਇੱਕ ਡਿਬੇਟ ਦੇ ਵਿੱਚ ਲਿਆਈਏ, ਉਹਨਾਂ ਨੂੰ ਇੱਕ ਚਰਚਾ ਦੇ ਵਿੱਚ ਲਿਆਈਏ, ਤਾਂ ਕਿ ਸਮਾਜ ਦੇ ਵਿੱਚ ਜਿਹੜੀਆਂ ਇਹ ਕੁਰੀਤੀਆਂ ਨੇ ਜਿਨ੍ਹਾਂ ਦੇ ਖਿਲਾਫ ਅੰਦਰੋਂ ਘੁੱਟਣ ਦੀ ਆਵਾਜ਼ ਆਉਂਦੀ ਹੈ, ਅੰਦਰ ਘੁੱਟਦੇ ਨੇ, ਤਾਂ ਉਹ ਕਿਤੇ ਨਾ ਕਿਤੇ ਆਪਾਂ ਜਾਕਰ ਕਰਕੇ ਇੱਕ ਲੋਕਾਂ ਦੇ ਵਿੱਚ ਲੋਕ ਮੁੱਦਾ ਬਣਾ ਕੇ ਉਸ ਨੂੰ ਹੱਲ ਕਰਨ ਦੇ ਵਾਲੇ ਪਾਸੇ ਲੈ ਕੇ ਜਾਈਏ। ਤੁਸੀਂ ਪ੍ਰੋਗਰਾਮ ਦੇ ਲਈ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ। ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ TV ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, Apple TV ਜਾਂ ਹੋਰ ਕੋਈ ਵੀ ਸਮਾਰਟ TV ਹੈ ਤਾਂ ਪ੍ਰਾਈਮ ਏਸ਼ੀਆ TV ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ TV ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ TVs ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।